Welcome back everyone. I am Yogesh from Yes Academy Bathinda. In the last few lectures ਆਪਾਂ ਕੰਪੈਕਸ਼ਨ ਡਿਸਕਸ ਕੀਤੀ ਸੀ, ਸੋਇਲ ਮਕੈਨਿਕਸ ਦੇ ਬਾਰੇ ਪੜ੍ਹ ਰਹੇ ਸੀ ਆਪਾਂ। ਕੰਪੈਕਸ਼ਨ ਕਰਵ ਜਿਹੜੀ ਆਪਾਂ ਡਿਸਕਸ ਕੀਤੀ ਸੀ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਵੀ ਜੇ ਤਾਂ ਆਪਾਂ OMC ਤੋਂ ਘੱਟ ਦੇ ਉੱਪਰ ਕਿਸੇ ਵੀ ਸੋਇਲ ਨੂੰ ਕੰਪੈਕਟ ਕਰਦੇ ਹਾਂ ਤਾਂ ਉਹਨੂੰ ਆਪਾਂ ਡਰਾਈ ਆਫ OMC ਬੋਲਦੇ ਸੀ। ਜੇ ਆਪਾਂ ਕਿਸੇ ਵੀ ਸੋਇਲ ਨੂੰ ਆਪਟੀਮਮ ਮੋਇਸਚਰ ਕੰਟੈਂਟ ਤੋਂ ਜ਼ਿਆਦਾ ਤੇ ਕੰਪੈਕਟ ਕਰਦੇ ਸੀ ਉਹਨੂੰ ਆਪਾਂ ਵੈਟ ਆਫ OMC ਬੋਲਦੇ ਸੀ। ਆਪਣੀ ਕੋਸ਼ਿਸ਼ ਹੁੰਦੀ ਸੀ ਵੀ ਜੇ ਆਪਾਂ ਫੀਲਡ 'ਚ ਕੰਪੈਕਸ਼ਨ ਕਰਨੀ ਹੈ OMC ਤੇ ਕੀਤੀ ਜਾਵੇ, ਕਿਉਂਕਿ OMC ਦੇ ਉੱਪਰ ਜਿਹੜੀ ਡਰਾਈ ਡੈਂਸਿਟੀ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਸੀ। ਬਟ ਕਈ ਫੈਕਟਰਸ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਡਰਾਈ ਸਾਈਡ ਰਹਿਣ ਨਾਲ ਤੇ ਵੈਟ ਸਾਈਡ ਰਹਿਣ ਨਾਲ ਇਫੈਕਟ ਹੁੰਦੇ ਨੇ। ਜੇ ਆਪਾਂ ਨੂੰ ਉਹਨਾਂ 'ਚੋਂ ਕਿਸੇ ਇੱਕ ਫੈਕਟਰ ਦੀ ਲੋੜ ਹੋਊਗੀ ਤਾਂ ਆਪਾਂ ਪ੍ਰੈਫਰ ਕਰਾਂਗੇ ਆਈਦਰ ਡਰਾਈ ਸਾਈਡ ਆਈਦਰ ਵੈਟ ਸਾਈਡ। ਪਹਿਲਾਂ ਆਪਾਂ ਉਹ ਫੈਕਟਰਸ ਦੇਖਦੇ ਹਾਂ, ਫਿਰ ਆਪਾਂ ਉਸਦੇ ਬੇਸਿਸ ਦੇ ਉੱਪਰ ਡਿਸਾਈਡ ਕਰਾਂਗੇ ਵੀ ਕਿਹੜੇ ਫੈਕਟਰ ਨੂੰ ਆਪਾਂ ਕਦੋਂ ਯੂਜ਼ ਕਰਾਂਗੇ, ਯਾਨੀ ਕਿ ਕਿਸ ਕੇਸ 'ਚ ਆਪਾਂ ਡਰਾਈ ਆਫ OMC ਕੰਸੀਡਰ ਕਰਾਂਗੇ ਤੇ ਕਿਸ ਕੇਸ 'ਚ ਆਪਾਂ ਵੈਟ ਆਫ OMC ਕੰਸੀਡਰ ਕਰਾਂਗੇ। ਸਭ ਤੋਂ ਪਹਿਲਾਂ ਜੇ ਆਪਾਂ ਸੋਇਲ ਸਟਰਕਚਰ ਨੂੰ ਕੰਸੀਡਰ ਕਰੀਏ, ਸੋਇਲ ਸਟਰਕਚਰਸ ਜਿਵੇਂ ਆਪਾਂ ਪੜ੍ਹੀਆਂ ਸੀਗੀਆਂ, ਸਿੰਗਲ ਗ੍ਰੇਨ ਸਟਰਕਚਰ ਹੁੰਦੀ ਸੀ, ਫਲੋਕੂਲੇਟਡ ਹੁੰਦੀ ਸੀ, ਡਿਸਪਰਸਡ ਹੁੰਦੀ ਸੀ, ਹਨੀਕੌਂਬ ਹੁੰਦੀ ਸੀ। ਤਾਂ ਜੇ ਆਪਾਂ ਉਹਨਾਂ 'ਚ ਕੰਸੀਡਰ ਕਰੀਏ ਤਾਂ ਕੀ ਹੋਊਗਾ, ਜਿਵੇਂ ਜਿਵੇਂ ਵਾਟਰ ਕੰਟੈਂਟ ਵੱਧਦਾ ਜਾਊਗਾ ਉਵੇਂ ਉਵੇਂ ਵਾਟਰ ਦੀ ਐਡਜ਼ੌਰਪਸ਼ਨ ਵੀ ਵਧੂਗੀ। ਪਹਿਲਾਂ ਤਾਂ ਆਪਾਂ ਐਡਜ਼ੌਰਪਸ਼ਨ ਤੇ ਐਬਜ਼ੌਰਪਸ਼ਨ 'ਚ ਫਰਕ ਦੇਖਦੇ ਹਾਂ। ਕੋਈ ਵੀ ਇੱਕ ਸੋਇਲ ਮਾਸ ਲਓ, ਉਸ ਸੋਇਲ ਮਾਸ 'ਚ ਤੁਸੀਂ ਵਾਟਰ ਐਬਜ਼ੌਰਬ ਹੋ ਗਿਆ, ਯਾਨੀ ਕਿ ਐਟਮੋਸਫੇਅਰ ਤੋਂ ਵਾਟਰ ਉਸ ਸੈਂਪਲ ਨੇ ਐਬਜ਼ੌਰਬ ਕਰ ਲਿਆ। ਜੇ ਤਾਂ ਉਹ ਜਿਹੜਾ ਵਾਟਰ ਹੈ ਸਿੰਪਲੀ ਸੋਇਲ ਸੈਂਪਲ ਦੀਆਂ ਵੋਇਡਸ 'ਚ ਪਲੇਸਡ ਹੈ, ਵੋਇਡਸ 'ਚ ਪਿਆ ਹੋਇਆ, ਤਾਂ ਉਹਨੂੰ ਆਪਾਂ ਸਿੰਪਲੀ ਕੀ ਬੋਲ ਦਾਂਗੇ, ਐਬਜ਼ੌਰਬਡ ਵਾਟਰ ਕੰਟੈਂਟ। ਤਾਂ ਇਹ ਵਾਟਰ ਕੰਟੈਂਟ ਸਿੰਪਲੀ ਕਿਹੜਾ ਹੋਊਗਾ, ਐਬਜ਼ੌਰਬਡ। ਬਟ ਜੇ ਜਿਹੜਾ ਇਹ ਵਾਟਰ ਕੰਟੈਂਟ ਹੈ ਉਹ ਇਹਦੇ ਵਿੱਚ ਜਾ ਕੇ ਹਰ ਇੱਕ ਸੋਇਲ ਪਾਰਟੀਕਲਸ ਦੇ ਆਸੇ-ਪਾਸੇ ਜਮਾ ਹੋ ਗਿਆ ਵੀ, ਯਾਨੀ ਕਿ ਵਾਟਰ ਕੰਟੈਂਟ ਨੇ ਸੋਇਲ ਪਾਰਟੀਕਲਸ ਦੇ ਆਸੇ-ਪਾਸੇ ਇੱਕ ਲੇਅਰ ਬਣਾਉਣੀ ਸ਼ੁਰੂ ਕਰਤੀ, ਵਿੱਚ ਸੋਇਲ ਪਾਰਟੀਕਲਸ ਆਸੇ-ਪਾਸੇ ਵਾਟਰ ਦੇ ਮੋਲੀਕਿਊਲਸ। ਤਾਂ ਇਸ ਕੰਡੀਸ਼ਨ ਨੂੰ ਆਪਾਂ ਬੋਲਦੇ ਹਾਂ ਐਡਜ਼ੌਰਬ। ਐਬਜ਼ੌਰਬਡ ਤੇ ਐਡਜ਼ੌਰਬ 'ਚ ਧਿਆਨ ਰੱਖਣਾ ਹੈ। ਐਬਜ਼ੌਰਬਡ ਤਾਂ ਸਿੰਪਲੀ ਐਬਜ਼ੌਰਬ ਕਰ ਲਿਆ, ਯਾਨੀ ਕਿ ਵਾਟਰ ਪਿਆ ਹੋਇਆ ਸੋਇਲ ਦੀਆਂ ਵੋਇਡਸ ਦੇ ਵਿੱਚ। ਐਡਜ਼ੌਰਬਡ ਕਿਹੜਾ ਹੋਊਗਾ, ਉਹੀ ਵਾਟਰ ਮੋਲੀਕਿਊਲਸ ਦੇ ਆਸੇ-ਪਾਸੇ ਜਾ ਕੇ ਜਮਾ ਹੋ ਗਿਆ। ਕਲੀਅਰ? ਤਾਂ ਹੁਣ ਜਿਹੜਾ ਇਹ ਐਡਜ਼ੌਰਬਡ ਵਾਟਰ ਕੰਟੈਂਟ ਹੋਊਗਾ ਇਹ ਕਿਵੇਂ ਇਫੈਕਟ ਕਰੂਗਾ। ਜਦੋਂ ਆਪਾਂ ਸੋਇਲ ਸਟਰਕਚਰ ਦੀ ਗੱਲ ਕਰਾਂਗੇ, ਜਦੋਂ ਵੀ ਡਰਾਈ ਆਫ OMC ਹੋਊਗੀ, ਯਾਨੀ ਕਿ ਸੋਇਲ ਦੇ ਵਿੱਚ ਪਾਣੀ ਘੱਟ ਹੋਊਗਾ ਆਪਟੀਮਮ ਮੋਇਸਚਰ ਕੰਟੈਂਟ ਨਾਲੋਂ, ਉਸ ਕੇਸ 'ਚ ਕੀ ਹੋਊਗਾ, ਹਲੇ ਵਾਟਰ ਪੂਰੀ ਤਰ੍ਹਾਂ ਨਾਲ ਐਡਜ਼ੌਰਬਡ ਸਟਰਕਚਰ ਡਿਵੈਲਪ ਨਹੀਂ ਕਰ ਸਕਿਆ ਹੋਣਾ ਵੀ, ਯਾਨੀ ਕਿ ਵਾਟਰ ਦੀ ਅਮਾਉਂਟ ਇੰਨੀ ਘੱਟ ਸੀ ਵੀ ਵਾਟਰ ਹਲੇ ਸੋਇਲ ਮੋਲੀਕਿਊਲਸ ਦੇ ਆਸੇ-ਪਾਸੇ ਜਾ ਕੇ ਇੱਕ ਲੇਅਰ ਨਹੀਂ ਬਣਾ ਸਕਿਆ। ਕਲੀਅਰ? ਤਾਂ ਹੁਣ ਜੇ ਉਹਨੇ ਹਲੇ ਲੇਅਰ ਫਾਰਮ ਨਹੀਂ ਕੀਤੀ ਤਾਂ ਉਸ ਕੇਸ 'ਚ ਕੀ ਹੋਊਗਾ, ਜਿਹੜਾ ਮੋਲੀਕਿਊਲ ਦਾ ਸਾਈਜ਼ ਹੋਊਗਾ ਉਹ ਛੋਟਾ ਹੋਊਗਾ ਐਜ਼ ਕੰਪੇਅਰ ਟੂ ਲੇਅਰ ਫਾਰਮ ਹੋਣ ਤੋਂ ਬਾਅਦ ਵਾਲੇ ਸਾਈਜ਼ ਨਾਲੋਂ। ਜਿਵੇਂ ਲੇਅਰ ਕੰਪਲੀਟਲੀ ਫਾਰਮ ਹੋ ਜੂਗੀ, ਮੋਲੀਕਿਊਲ ਦਾ ਸਾਈਜ਼ ਇਨਕਰੀਜ਼ ਹੋ ਜਾਊਗਾ ਐਜ਼ ਕੰਪੇਅਰ ਟੂ ਪਹਿਲਾਂ ਵਾਲੇ ਸਾਈਜ਼ ਨਾਲੋਂ। ਤਾਂ ਆਪਾਂ ਪਹਿਲਾਂ ਜਦੋਂ ਸੋਇਲ ਸਟਰਕਚਰ ਡਿਸਕਸ ਕੀਤੀ ਸੀ ਆਪਾਂ ਕੀ ਪੜ੍ਹਿਆ ਸੀਗਾ, ਜਿਵੇਂ ਜਿਵੇਂ ਮੋਲੀਕਿਊਲ ਦਾ ਸਾਈਜ਼ ਵੱਧਦਾ ਚਲਾ ਜਾਊਗਾ ਉਵੇਂ ਉਵੇਂ ਜਿਹੜੀਆਂ ਮੇਰੀਆਂ ਅਟਰੈਕਟਿਵ ਫੋਰਸਾਂ ਹੋਣਗੀਆਂ ਉਹ ਘਟਦੀਆਂ ਚਲੀਆਂ ਜਾਣਗੀਆਂ। ਕਲੀਅਰ? ਤਾਂ ਯਾਨੀ ਕਿ ਡਰਾਈ ਆਫ OMC ਵਾਲੀ ਸਾਈਡ ਤੇ ਜਿਹੜੀਆਂ ਅਟਰੈਕਟਿਵ ਫੋਰਸਿਸ ਨੇ ਉਹ ਜ਼ਿਆਦਾ ਹੋਣਗੀਆਂ ਐਜ਼ ਕੰਪੇਅਰ ਟੂ ਵੈਟ ਆਫ OMC ਨਾਲੋਂ। ਫਿਰ ਤੋਂ ਰਿਪੀਟ ਕਰ ਰਿਹਾ, ਜਦੋਂ ਹਲੇ ਵਾਟਰ ਕੰਟੈਂਟ OMC ਤੋਂ ਘੱਟ ਹੈ ਤਾਂ ਹਲੇ ਇਹ ਜਿਹੜੀ ਆਸੇ-ਪਾਸੇ ਵਾਲੀ ਵਾਟਰ ਦੀ ਲੇਅਰ ਹੈ, ਡਿਫਿਊਜ਼ਡ ਲੇਅਰ ਹੈ, ਇਹ ਚੰਗੀ ਤਰ੍ਹਾਂ ਫਾਰਮ ਨਹੀਂ ਹੋਈ। ਜੇ ਚੰਗੀ ਤਰ੍ਹਾਂ ਫਾਰਮ ਨਹੀਂ ਹੋਈ, ਯਾਨੀ ਕਿ ਜਿਹੜੇ ਪਾਰਟੀਕਲਸ ਹੈ ਉਹਨਾਂ ਦਾ ਸਾਈਜ਼ ਘੱਟ ਹੈ। ਜੇ ਪਾਰਟੀਕਲਸ ਦਾ ਸਾਈਜ਼ ਘੱਟ ਹੋਊਗਾ ਤਾਂ ਉਹਨਾਂ ਵਿੱਚ ਅਟਰੈਕਟਿਵ ਫੋਰਸਿਸ ਕੀ ਹੋਣਗੀਆਂ, ਜ਼ਿਆਦਾ ਹੋਣਗੀਆਂ। ਯਾਨੀ ਕਿ ਡਰਾਈ ਆਫ OMC ਵਾਲੀ ਸਾਈਡ ਤੇ ਅਟਰੈਕਟਿਵ ਫੋਰਸਿਸ ਜ਼ਿਆਦਾ ਹੋਣਗੀਆਂ ਐਜ਼ ਕੰਪੇਅਰ ਟੂ ਵੈਟ ਆਫ OMC ਨਾਲੋਂ। ਜਿੱਥੇ ਅਟਰੈਕਟਿਵ ਫੋਰਸਿਸ ਜ਼ਿਆਦਾ ਹੋਣਗੀਆਂ ਉੱਥੇ ਚਾਰਜ ਵਾਲੀ ਫੋਰਸ ਕੀ ਹੋਊਗੀ, ਗ੍ਰੇਟਰ ਹੋਊਗੀ। ਜਿੱਥੇ ਚਾਰਜ ਵਾਲੀ ਫੋਰਸ ਗ੍ਰੇਟਰ ਹੁੰਦੀ ਉੱਥੇ ਕਿਹੜੀ ਸਟਰਕਚਰ ਫਾਰਮ ਹੁੰਦੀ ਹੈ, ਫਲੋਕੂਲੇਟਡ ਸਟਰਕਚਰ। ਜਿੱਥੇ ਚਾਰਜ ਵਾਲੀ ਫੋਰਸ ਜ਼ਿਆਦਾ ਹੁੰਦੀ ਉੱਥੇ ਫਲੋਕੂਲੇਟਡ ਸਟਰਕਚਰ ਫਾਰਮ ਹੁੰਦੀ ਹੈ। ਵੈਟ ਆਫ OMC ਦੇ ਵਿੱਚ ਹੁਣ ਜਿਹੜੀਆਂ ਚਾਰਜ ਵਾਲੀ ਫੋਰਸ ਆ ਉਹ ਘਟ ਗਈ, ਪਾਰਟੀਕਲ ਸਾਈਜ਼ ਤਾਂ ਛੋਟਾ ਹੀ ਹੈ। ਜੇ ਚਾਰਜ ਵਾਲੀ ਫੋਰਸ ਘਟ ਗਈ ਤਾਂ ਉਸ ਦੇ ਕੇਸ 'ਚ ਕੀ ਹੋ ਗਿਆ, ਹੁਣ ਪਾਰਟੀਕਲਸ ਦੀ ਜਿਹੜੀ ਚਾਰਜ ਵਾਲੀ ਫੋਰਸ ਆ ਇੰਨੀ ਘੱਟ ਹੈ ਵੀ ਉਹਨਾਂ ਨੂੰ ਐਜ ਟੂ ਫੇਸ ਕਨੈਕਸ਼ਨ ਨਹੀਂ ਬਣਾ ਕੇ ਦੇ ਰਹੀ। ਯਾਨੀ ਕਿ ਪਾਰਟੀਕਲਸ ਦੇ ਵਿੱਚ ਆਪਾਂ ਨੂੰ ਮੋਸਟਲੀ ਕਿਹੜੀ ਸਟਰਕਚਰ ਦੇਖਣ ਨੂੰ ਮਿਲੂਗੀ, ਡਿਸਪਰਸਡ।
ਇਹ ਕਦੋਂ ਹੈ ਜਦੋਂ ਫਾਈਨ ਗ੍ਰੇਨਡ ਸੋਇਲ ਹੋਊਗੀ। ਇਹੀ ਜੇ ਮੇਰੇ ਕੋਲ ਸੈਂਡੀ ਸੋਇਲ ਹੈ, ਸੈਂਡੀ ਸੋਇਲ ਦੇ ਵਿੱਚ ਇਦਾਂ ਦਾ ਕੋਈ ਕੇਸ ਨਹੀਂ ਹੋਊਗਾ। ਸੈਂਡੀ ਸੋਇਲ 'ਚ ਸਿੰਪਲੀ ਆਪਾਂ ਨੂੰ ਸਿੰਗਲ ਗ੍ਰੇਨਡ ਸਟਰਕਚਰ ਦੇਖਣ ਨੂੰ ਮਿਲੂਗੀ। ਕਲੀਅਰ? ਇਹ ਤਾਂ ਸੀਗਾ ਸੋਇਲ ਸਟਰਕਚਰ। ਇਸੇ ਬੇਸਿਸ ਦੇ ਉੱਪਰ ਜੇ ਆਪਾਂ ਪਰਮੀਏਬਿਲਿਟੀ ਨੂੰ ਦੇਖੀਏ ਤਾਂ ਉਸ ਕੇਸ 'ਚ ਕੀ ਹੋਊਗਾ। ਹੁਣ ਜਦੋਂ ਆਪਾਂ ਡਰਾਈ ਆਫ ਆਪਟੀਮਮ ਦੀ ਗੱਲ ਕਰ ਰਹੇ ਹਾਂ, ਡਰਾਈ ਆਫ ਆਪਟੀਮਮ ਦੇ ਕੇਸ 'ਚ ਕੀ ਹੋਊਗਾ, ਸੋਇਲ ਦੇ ਵਿੱਚ ਵਾਟਰ ਦੇ ਫਲੋ ਕਰਨ ਨੂੰ ਸਪੇਸ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਵੈਕਟ ਆਫ ਆਪਟੀਮਮ ਦੇ ਨਾਲੋਂ। ਪ੍ਰੈਕਟੀਕਲੀ ਵੀ ਜਦੋਂ ਆਪਾਂ ਇਹਨੂੰ ਅਬਜ਼ਰਵ ਕਰਦੇ ਹਾਂ ਤਾਂ ਵੈਕਟ ਆਫ ਆਪਟੀਮਮ ਵਾਲੀ ਸਾਈਡ ਤੇ ਜਿਹੜੀ ਪਰਮੀਏਬਿਲਿਟੀ ਆ ਉਹ ਲੈਸ ਹੁੰਦੀ ਹੈ ਐਜ਼ ਕੰਪੇਅਰ ਟੂ ਡਰਾਈ ਆਫ ਆਪਟੀਮਮ ਵਾਲੀ ਸਾਈਡ ਤੇ। ਡਰਾਈ ਆਫ ਆਪਟੀਮਮ ਦੀ ਸਾਈਡ ਤੇ ਜਿਹੜੀ ਪਰਮੀਏਬਿਲਿਟੀ ਆ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਵੈਕਟ ਆਫ ਆਪਟੀਮਮ ਨਾਲੋਂ। ਇਹਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ, ਜਦੋਂ ਆਪਾਂ ਡਰਾਈ ਆਫ ਆਪਟੀਮਮ ਦੇ ਵਿੱਚ ਉਹਨੂੰ ਕੰਪੈਕਟ ਕਰਾਂਗੇ ਤਾਂ ਜਿਹੜੀ ਸੋਇਲ ਦੇ ਵਿੱਚ ਖਾਲੀ ਥਾਂ ਹੋਊਗੀ ਉਹ ਜ਼ਿਆਦਾ ਹੋਊਗੀ ਵਾਟਰ ਦੇ ਫਲੋ ਕਰਨ ਨੂੰ ਐਜ਼ ਕੰਪੇਅਰ ਟੂ ਵੈਕਟ ਆਫ ਆਪਟੀਮਮ ਨਾਲੋਂ। ਇਹਨੂੰ ਸਿੰਪਲੀ ਯਾਦ ਰੱਖਣ ਦਾ ਤਰੀਕਾ ਹੈ, ਇਹ ਕੋਈ ਐਗਜ਼ੈਕਟ ਰੂਲ ਨਹੀਂ ਹੈਗਾ। ਜੇ ਆਪਾਂ ਦੇਖੀਏ ਵੀ ਮਿਨੀਮਮ ਪਰਮੀਏਬਿਲਿਟੀ ਕਿੱਥੇ ਹੋਊਗੀ, ਪਰਮੀਏਬਿਲਿਟੀ ਮਿਨੀਮਮ ਕਿੱਥੇ ਮਿਲੂਗੀ ਆਪਾਂ ਨੂੰ, ਕਿ ਆਪਾਂ ਨੂੰ ਮਿਨੀਮਮ ਕਿੱਥੇ ਮਿਲੂਗਾ OMC ਦੇ ਉੱਪਰ, ਕਿਉਂਕਿ OMC ਤੇ ਆਪਾਂ ਕੀ ਪੜ੍ਹਦੇ ਸੀਗੇ, ਜਿਹੜੀ ਆਪਣੀ ਗਾਮਾ ਡੀ ਹੁੰਦੀ ਸੀ ਮੈਕਸਿਮਮ ਹੁੰਦੀ ਸੀ। ਜੇ ਗਾਮਾ ਡੀ ਮੈਕਸਿਮਮ ਹੋਊਗੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਕੇਸ ਦੇ ਵਿੱਚ ਜਿਹੜੇ ਆਪਣੀਆਂ ਵੋਇਡਸ ਉਹ ਮਿਨੀਮਮ ਹੋਣਗੀਆਂ। ਜੇ ਵੋਇਡਸ ਮਿਨੀਮਮ ਹੋਣਗੀਆਂ ਤਾਂ ਨਾਲ ਦੀ ਨਾਲ ਪਰਮੀਏਬਿਲਿਟੀ ਵੀ ਕੀ ਹੋਊਗੀ, ਮਿਨੀਮਮ ਹੋਊਗੀ। ਯਾਨੀ ਕਿ ਪਰਮੀਏਬਿਲਿਟੀ ਸਭ ਤੋਂ ਘੱਟ ਦੇਖਣ ਨੂੰ ਮਿਲੂਗੀ ਆਪਟੀਮਮ ਮੋਇਸਚਰ ਕੰਟੈਂਟ ਤੇ, ਉਸ ਤੋਂ ਘੱਟ ਵੈਕਟ ਆਫ OMC ਤੇ, ਉਸ ਤੋਂ ਘੱਟ ਆਪਾਂ ਨੂੰ ਦੇਖਣ ਨੂੰ ਮਿਲੂਗੀ, ਉਸ ਤੋਂ ਜ਼ਿਆਦਾ ਦੇਖਣ ਨੂੰ ਮਿਲੂਗੀ ਕਿੱਥੇ ਆਪਾਂ ਨੂੰ ਡਰਾਈ ਆਫ OMC ਤੇ। ਕਲੀਅਰ? ਸਭ ਤੋਂ ਘੱਟ ਇੱਥੇ, ਉਸ ਤੋਂ ਜ਼ਿਆਦਾ ਵੈਕਟ ਆਫ OMC, ਸਭ ਤੋਂ ਜ਼ਿਆਦਾ ਡਰਾਈ ਆਫ OMC ਚ। ਕਲੀਅਰ? ਜੇਕਰ ਆਪਾਂ ਨੈਕਸਟ ਫੈਕਟਰ ਦੇਖੀਏ ਪੋਰ ਵਾਟਰ ਪ੍ਰੈਸ਼ਰ। ਪੋਰ ਵਾਟਰ ਪ੍ਰੈਸ਼ਰ ਵੀ ਤੁਹਾਡੇ ਧਿਆਨ ਚ ਹੋਊਗਾ, ਆਪਾਂ ਲਾਸਟ ਲੈਕਚਰ ਚ ਪਿਛਲੇ ਕੁਝ ਲੈਕਚਰ ਚ ਪੜਿਆ ਸੀਗਾ ਪੋਰ ਵਾਟਰ ਪ੍ਰੈਸ਼ਰ। ਤਾਂ ਹੁਣ ਪੋਰ ਵਾਟਰ ਪ੍ਰੈਸ਼ਰ ਕਿਸ ਤੇ ਡਿਪੈਂਡ ਕਰਦਾ ਸੀਗਾ, ਵਾਟਰ ਦੀ ਅਮਾਉਂਟ ਤੇ। ਜਿਹਦੇ ਵਿੱਚ ਵਾਟਰ ਦੀ ਅਮਾਉਂਟ ਜ਼ਿਆਦਾ ਹੋਊਗੀ ਉਹਦੇ ਵਿੱਚ ਪੋਰ ਵਾਟਰ ਪ੍ਰੈਸ਼ਰ ਵੀ ਕੀ ਹੋਊਗਾ, ਜ਼ਿਆਦਾ ਹੋਊਗਾ। ਯਾਨੀ ਕਿ ਵੈਕਟ ਆਫ OMC ਦੇ ਵਿੱਚ ਪੋਰ ਵਾਟਰ ਪ੍ਰੈਸ਼ਰ ਮੋਰ ਹੋਊਗਾ, ਡਰਾਈ ਆਫ OMC ਦੇ ਵਿੱਚ ਪੋਰ ਵਾਟਰ ਪ੍ਰੈਸ਼ਰ ਕੀ ਹੋਊਗਾ, ਘੱਟ ਹੋਊਗਾ। ਇਹ ਸਾਰੇ ਫੈਕਟਰਸ ਜੇ ਆਪਾਂ ਰੱਟਾ ਮਾਰਨੇ ਹੋਣ ਤਾਂ ਰੱਟਾ ਨਹੀਂ ਵੱਜਣਾ ਇਹਨਾਂ ਨੂੰ ਐਸ ਸੱਚ ਸਮਝ ਕੇ ਹੀ ਯਾਦ ਕਰਨਾ ਪਊਗਾ। ਸਮਝਾਂਗੇ ਤਾਂ ਸੌਖੇ ਯਾਦ ਰਹਿਣਗੇ। ਪੋਰ ਵਾਟਰ ਪ੍ਰੈਸ਼ਰ ਕਿਉਂਕਿ ਪਾਣੀ ਘੱਟ ਹੈ ਡਰਾਈ ਆਫ OMC ਦੇ ਵਿੱਚ ਤਾਂ ਪੋਰ ਵਾਟਰ ਪ੍ਰੈਸ਼ਰ ਘੱਟ ਹੋਊਗਾ। ਵੈਕਟ ਆਫ OMC ਦੇ ਵਿੱਚ ਜਿਹੜਾ ਮੇਰਾ ਪੋਰ ਵਾਟਰ ਪ੍ਰੈਸ਼ਰ ਹੈ ਉਹ ਕੀ ਹੋਊਗਾ, ਜ਼ਿਆਦਾ ਹੋਊਗਾ। ਕਲੀਅਰ? ਹੁਣ ਜੇ ਆਪਾਂ ਸਟਰੈਂਥ ਦੇਖੀਏ, ਇਹਨੂੰ ਕਿਵੇਂ ਕੰਪੇਅਰ ਕਰਾਂਗੇ। ਹੁਣ ਸਟਰੈਂਥ ਹੈ ਡਰਾਈ ਵਾਲੀ ਸਾਈਡ ਦੇ ਉੱਪਰ, ਆਪਾਂ ਕੀ ਕਹਿ ਰਹੇ ਹਾਂ ਵੀ ਜਿਹੜੇ ਮੇਰੇ ਪਾਰਟੀਕਲਸ ਹੈ, ਪਾਰਟੀਕਲਸ ਦੇ ਵਿੱਚ ਵਾਟਰ ਦੀ ਅਮਾਉਂਟ ਘੱਟ ਹੈ। ਜੇ ਵਾਟਰ ਦੀ ਅਮਾਉਂਟ ਘੱਟ ਹੈ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਥੋੜੀ ਜਿਹੀ ਫ੍ਰਿਕਸ਼ਨ ਕੀ ਹੋਊਗੀ, ਜ਼ਿਆਦਾ ਹੋਊਗੀ। ਜੇ ਥੋੜੀ ਜਿਹੀ ਫ੍ਰਿਕਸ਼ਨ ਜ਼ਿਆਦਾ ਹੋਊਗੀ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਸਟਰੈਂਥ ਹੈ ਜਿਹੜੀ ਡਰਾਈ ਵਾਲੀ ਮੋਰ ਹੋਊਗੀ ਐਜ਼ ਕੰਪੇਅਰ ਟੂ ਵੈਟ ਵਾਲੇ ਨਾਲੋਂ। ਬਟ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ, ਸਟਰੈਂਥ ਮੈਨੂੰ ਮੈਕਸਿਮਮ ਕਿੱਥੇ ਦੇਖਣ ਨੂੰ ਮਿਲੂਗੀ, OMC ਦੇ ਉੱਪਰ। ਜਿਹੜੀ ਮੇਰੀ ਸਟਰੈਂਥ ਹੈ ਇਹ ਸਭ ਤੋਂ ਜ਼ਿਆਦਾ ਕਿੱਥੇ ਦੇਖਣ ਨੂੰ ਮਿਲੂਗੀ, OMC ਦੇ ਉੱਪਰ। ਪਲੱਸ ਜਿਵੇਂ ਜਿਵੇਂ ਆਪਾਂ ਕੰਪੈਕਟਿਵ ਐਫਰਟ ਵਧਾਉਂਦੇ ਜਾਵਾਂਗੇ ਡਰਾਈ ਡੈਂਸਿਟੀ ਵੱਧਦੀ ਜਾਊਗੀ। ਜਿਵੇਂ ਜਿਵੇਂ ਡਰਾਈ ਡੈਂਸਿਟੀ ਵੱਧਦੀ ਜਾਊਗੀ ਮੇਰੀ ਸਟਰੈਂਥ ਵੀ ਕੀ ਹੁੰਦੀ ਚਲੀ ਜਾਊਗੀ, ਇਨਕਰੀਜ਼ ਹੁੰਦੀ ਚਲੀ ਜਾਊਗੀ। ਕਲੀਅਰ? ਨੈਕਸਟ ਆਪਾਂ ਫੈਕਟਰ ਦੇਖਦੇ ਹਾਂ ਸਵੈਲਿੰਗ। ਹੁਣ ਦੇਖੋ ਜਿਹੜਾ ਮੇਰੇ ਕੋਲੇ ਡਰਾਈ ਆਫ ਆਪਟੀਮਮ ਵਾਲਾ ਕੇਸ ਹੈ, ਡਰਾਈ ਆਫ ਆਪਟੀਮਮ ਵਾਲੇ ਦੇ ਕੇਸ 'ਚ ਕੀ ਹੋਊਗਾ, ਸੋਇਲ ਦੀਆਂ ਵੋਇਡਸ 'ਚ ਘੱਟ ਭਰੀਆਂ ਹੋਣਗੀਆਂ ਪਾਣੀ ਨਾਲ ਐਜ਼ ਕੰਪੇਅਰ ਟੂ ਵੈਟ ਆਫ OMC ਦੇ ਨਾਲੋਂ। ਤਾਂ ਯਾਨੀ ਕਿ ਡਰਾਈ ਆਫ OMC ਵਾਲੀ ਸਾਈਡ ਤੇ ਜਿਹੜੀ ਮੇਰੇ ਕੋਲੇ ਵਾਟਰ ਦੀ ਡੈਫੀਸ਼ੀਐਂਸੀ ਹੋਊਗੀ ਉਹ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਵੈਟ ਆਫ OMC ਨਾਲੋਂ। ਯਾਨੀ ਕਿ ਇਹ ਜ਼ਿਆਦਾ ਵਾਟਰ ਐਬਜ਼ੌਰਬ ਕਰੂਗੀ ਐਜ਼ ਕੰਪੇਅਰ ਟੂ ਵੈਟ ਆਫ OMC ਨਾਲੋਂ। ਜਿੰਨਾ ਇਹ ਪਾਣੀ ਜ਼ਿਆਦਾ ਖਿੱਚੂਗੀ, ਕਲੀਅਰ, ਉਨੀ ਹੀ ਇਹਦੇ ਵਿੱਚ ਸਵੈਲਿੰਗ ਵੀ ਕੀ ਹੋਊਗੀ, ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਵੈਟ ਆਫ OMC ਦੇ ਨਾਲੋਂ। ਯਾਨੀ ਕਿ ਇਹਦੀ ਜਿਹੜੀ ਸਵੈਲਿੰਗ ਹੈ ਉਹ ਮੋਰ ਹੋਊਗੀ ਐਜ਼ ਕੰਪੇਅਰ ਟੂ ਵੈਟ ਆਫ OMC ਦੇ ਨਾਲ। ਇਧਰ ਵਾਟਰ ਦੀ ਡੈਫੀਸ਼ੀਐਂਸੀ ਘੱਟ ਹੈ, ਜਿੰਨੀ ਵਾਟਰ ਦੀ ਡੈਫੀਸ਼ੀਐਂਸੀ ਘੱਟ ਹੈ ਉਨੀ ਹੀ ਇਹਦੇ ਵਿੱਚ ਵਾਟਰ ਐਬਜ਼ੌਰਪਸ਼ਨ ਜ਼ਿਆਦਾ ਹੋਊਗੀ। ਜਿੰਨਾ ਹੀ ਵਾਟਰ ਜ਼ਿਆਦਾ ਸੋਖੂਗੀ ਉਨੀ ਹੀ ਅਲਟੀਮੇਟਲੀ ਇਹਦਾ ਵੋਲਿਊਮ ਚੇਂਜ ਵੀ ਕੀ ਹੋਊਗਾ, ਜ਼ਿਆਦਾ ਹੋਊਗਾ। ਸਿਮਿਲਰਲੀ ਜੇ ਆਪਾਂ ਸ਼ਰਿੰਕੇਜ ਨੂੰ ਲਿੰਕ ਕਰਕੇ ਦੇਖੀਏ, ਹੁਣ ਜੇ ਆਪਾਂ ਸ਼ਰਿੰਕੇਜ ਨੂੰ ਲਿੰਕ ਕਰਕੇ ਦੇਖੀਏ
ਤਾਂ ਸ਼੍ਰਿੰਕੇਜ ਦੇ ਕੇਸ 'ਚ ਕੀ ਹੋਊਗਾ, ਜਿਹੜਾ ਡਰਾਈ ਆਫ OMC ਵਾਲਾ ਕੇਸ ਹੈ, ਡਰਾਈ ਆਫ OMC ਦੇ ਕੇਸ 'ਚ ਵਾਟਰ ਕੰਟੈਂਟ ਘੱਟ ਹੈ ਐਜ਼ ਕੰਪੇਅਰ ਟੂ ਵੈਟ ਆਫ OMC ਦੇ ਨਾਲੋਂ। ਯਾਨੀ ਕਿ ਜਦੋਂ ਆਪਾਂ ਉਹਨੂੰ ਹੀਟ ਕਰਨਾ ਸ਼ੁਰੂ ਕਰਾਂਗੇ, ਵਾਟਰ ਨੂੰ ਰਿਮੂਵ ਕਰਨਾ ਸ਼ੁਰੂ ਕਰਾਂਗੇ, ਤਾਂ ਇਹਦੇ ਵਿੱਚੋਂ ਘੱਟ ਵੋਲਿਊਮ ਚੇਂਜ ਹੋਊਗਾ ਐਜ਼ ਕੰਪੇਅਰ ਟੂ ਵੈਟ ਆਫ OMC ਦੇ ਨਾਲੋਂ। ਇਹਦੇ ਵਿੱਚੋਂ ਘੱਟ ਵਾਟਰ ਇਵੈਪੋਰੇਟ ਹੋ ਰਿਹਾ ਤਾਂ ਵੋਲਿਊਮ ਚੇਂਜ ਵੀ ਘੱਟ ਹੋਊਗਾ। ਇਹ 'ਚ ਜ਼ਿਆਦਾ ਵਾਟਰ ਇਵੈਪੋਰੇਟ ਹੋ ਰਿਹਾ ਹੈ, ਇਹਦੇ ਵਿੱਚੋਂ ਜ਼ਿਆਦਾ ਵਾਟਰ ਇਵੈਪੋਰੇਟ ਹੋ ਰਿਹਾ ਤਾਂ ਵੋਲਿਊਮ ਚੇਂਜ ਜ਼ਿਆਦਾ ਹੋਊਗਾ। ਇਹਦੇ ਵਿੱਚੋਂ ਵਾਟਰ ਇਵੈਪੋਰੇਟ ਘੱਟ ਹੋ ਰਿਹਾ ਤਾਂ ਵੋਲਿਊਮ ਚੇਂਜ ਵੀ ਕੀ ਹੋਊਗਾ, ਘੱਟ ਹੋਊਗਾ। ਯਾਨੀ ਕਿ ਇਹਦੀ ਸ਼੍ਰਿੰਕੇਜ ਕੀ ਹੋਊਗੀ, ਲੈਸ ਹੋਊਗੀ, ਤੇ ਇਹਦੀ ਸ਼੍ਰਿੰਕੇਜ ਕੀ ਹੋਊਗੀ, ਮੋਰ ਹੋਊਗੀ। ਕਲੀਅਰ। ਨੈਕਸਟ ਆਪਣਾ ਪੁਆਇੰਟ ਹੈ ਕੰਪਰੈਸਿਬਿਲਿਟੀ। ਹੁਣ ਜੇ ਆਪਾਂ ਕੰਪਰੈਸਿਬਿਲਿਟੀ ਦਾ ਮਤਲਬ ਦੇਖੀਏ, ਕੰਪਰੈਸਿਬਿਲਿਟੀ ਦਾ ਮਤਲਬ ਹੁੰਦਾ ਉਹਨੂੰ ਕੰਪਰੈਸ ਕਰ ਦੇਣਾ, ਵੋਲਿਊਮ ਚੇਂਜ ਕਰਨਾ। ਹੁਣ ਜੇ ਆਪਾਂ ਕੰਪਰੈਸਿਬਿਲਿਟੀ ਦੇਖੀਏ ਤਾਂ ਕੀ ਹੋਊਗਾ, ਜਿਹੜੀ ਆਪਣੀਆਂ ਸੋਇਲਸ ਡਰਾਈ ਆਫ ਆਪਟੀਮਮ ਹੋਣਗੀਆਂ, ਡਰਾਈ ਆਫ OMC ਹੋਣਗੀਆਂ, ਇਹਨਾਂ ਦੇ ਵਿੱਚ ਫਲੋਕੂਲੇਟਡ ਸਟਰਕਚਰ ਹੈ। ਹੁਣ ਜਿਹੜੀ ਫਲੋਕੂਲੇਟਡ ਸਟਰਕਚਰ ਹੈ, ਇਹਦੀ ਕੰਪਰੈਸਿਬਿਲਿਟੀ ਕੀ ਹੁੰਦੀ ਹੈ, ਸ਼ੁਰੂ ਦੇ ਵਿੱਚ ਘੱਟ ਹੋਊਗੀ। ਕਿਉਂ? ਕਿਉਂਕਿ ਚਾਰਜ ਵਾਲੀ ਫੋਰਸ ਜ਼ਿਆਦਾ ਹੋਊਗੀ। ਕਲੀਅਰ। ਤਾਂ ਜਿਵੇਂ ਮੈਂ ਇਹਦੇ ਉੱਪਰ ਲੋਡ ਅਪਲਾਈ ਕਰੂੰਗਾ, ਪਹਿਲਾਂ ਜਿਹੜੀ ਚਾਰਜ ਵਾਲੀ ਫੋਰਸ ਹੋਊਗੀ ਉਹ ਲੋਡ ਨੂੰ ਰੈਜ਼ਿਸਟ ਕਰੂਗੀ, ਯਾਨੀ ਕਿ ਚੇਂਜ ਇਨ ਵੋਲਿਊਮ ਹੈ ਜਿਹੜਾ ਕੰਪਰੈਸਿਬਿਲਿਟੀ ਆ ਉਹ ਘੱਟ ਹੋਊਗੀ। ਬਟ ਜਿਵੇਂ ਮੈਂ ਲੋਡ ਹੋਰ ਜ਼ਿਆਦਾ ਇਨਕਰੀਜ਼ ਕਰਦਾ ਚਲਾ ਜਾਊਂਗਾ ਤਾਂ ਇੱਕ ਪੁਆਇੰਟ ਇਹੋ ਜਿਹਾ ਹੋਊਗਾ ਜਿੱਥੇ ਲੋਡ ਦੀ ਜਿਹੜੀ ਅਮਾਉਂਟ ਹੈ ਉਹ ਇਹਦੀ ਚਾਰਜ ਵਾਲੀ ਫੋਰਸ ਨਾਲੋਂ ਇਨਕਰੀਜ਼ ਹੋ ਜੂਗੀ। ਇਨ ਦੈਟ ਕੇਸ ਕੀ ਹੋਊਗਾ, ਜਿਹੜੀ ਇਹਦੀ ਸਟਰਕਚਰ ਹੋਊਗੀ ਟੁੱਟ ਜੂਗੀ, ਤੇ ਸਟਰਕਚਰ ਟੁੱਟ ਕੇ ਕਾਹਦੇ 'ਚ ਕਨਵਰਟ ਹੋ ਜੂਗੀ, ਡਿਸਪਰਸ 'ਚ ਕਨਵਰਟ ਹੋ ਜੂਗੀ। ਤਾਂ ਯਾਨੀ ਕਿ ਕੰਪਰੈਸਿਬਿਲਿਟੀ ਦੇ ਅੱਗੇ ਦੋ ਪੁਆਇੰਟ ਬਣ ਜਾਣਗੇ, ਇੱਕ ਤਾਂ ਹੋਊਗਾ ਲੋ ਲੋਡ, ਇੱਕ ਹੋਊਗਾ ਹਾਈ ਲੋਡ। ਲੋ ਲੋਡ ਦੇ ਵਿੱਚ ਇਹਦੀ ਜਿਹੜੀ ਡਰਾਈ ਆਫ OMC ਹੈ ਉਹ ਜ਼ਿਆਦਾ ਲੋਡ ਰੈਜ਼ਿਸਟ ਕਰ ਜੂਗੀ ਐਜ਼ ਕੰਪੇਅਰ ਟੂ, ਆਪਾਂ ਕੀ ਕਹਿ ਸਕਦੇ ਹਾਂ ਵੀ ਜਦੋਂ ਮੇਰੀ ਕੰਪਰੈਸਿਬਿਲਿਟੀ ਆਪਾਂ ਚੈੱਕ ਕਰ ਰਹੇ ਹਾਂ ਘੱਟ ਲੋਡ ਦੇ ਉੱਪਰ, ਤਾਂ ਇਹ ਕੀ ਕਰੂਗੀ, ਜ਼ਿਆਦਾ ਲੋਡ ਰੈਜ਼ਿਸਟ ਕਰ ਜੂਗੀ। ਜੇ ਆਪਾਂ ਅਮਾਉਂਟ ਆਫ ਕੰਪਰੈਸਿਬਿਲਿਟੀ ਦੇਖਣੀ ਹੋਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਮੇਰੀ ਡਰਾਈ ਆਫ OMC ਵਾਲੀ ਹੋਊਗੀ ਉਹ ਲੈਸ ਕੰਪਰੈਸ ਹੋਊਗੀ ਐਜ਼ ਕੰਪੇਅਰ ਟੂ ਕਿਹਦੇ ਨਾਲੋਂ, ਦੂਸਰੇ ਨਾਲੋਂ। ਜੇ ਆਪਾਂ ਲੋਡ ਨੂੰ ਕੰਪੇਅਰ ਕਰੀਏ, ਲੋਡ ਦੇ ਕੇਸ 'ਚ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਹੜੀ ਮੇਰੀ ਡਰਾਈ ਆਫ OMC ਹੋਊਗੀ ਉਹ ਜ਼ਿਆਦਾ ਲੋਡ ਲੈ ਜੂਗੀ ਫॉर द सेम वॉल्यूम चेंज एज कंपेयर टू डिस्पर्स्ड नाउ। क्लियर। ਹੁਣ ਜੇ ਆਪਾਂ ਹਾਈ ਦੀ ਗੱਲ ਕਰੀਏ, ਹਾਈ ਲੋਡਿੰਗ ਦੇ ਕੇਸ 'ਚ ਕੀ ਹੋਊਗਾ, ਜਿਹੜੀ ਮੇਰੀ ਡਰਾਈ ਆਫ OMC ਵਾਲੀ ਕੇਸ ਹੋਊਗਾ ਇਹਦੇ ਵਿੱਚ ਹਾਈ ਲੋਡ ਦੇ ਉੱਪਰ ਸਟਰਕਚਰ ਟੁੱਟ ਜੂਗੀ। ਜਿਵੇਂ ਸਟਰਕਚਰ ਟੁੱਟ ਗਈ ਨਾਲ ਦੀ ਨਾਲ ਇਹ ਸਡਨਲੀ ਸੈਟਲਮੈਂਟ ਸ਼ੋ ਕਰੂਗੀ, ਯਾਨੀ ਕਿ ਹੁਣ ਇੱਕੋਦਮ ਸੈਟਲਮੈਂਟ ਕੀ ਹੋ ਜੂਗੀ, ਬਹੁਤ ਜ਼ਿਆਦਾ ਹੋ ਜੂਗੀ। ਇਹਦੇ ਵਿੱਚ ਕੀ ਹੋ ਜੂਗੀ, ਘੱਟ ਐਜ਼ ਕੰਪੈਰੀਜ਼ਨ 'ਚ ਦੋਨਾਂ ਦੇ। ਸ਼ੁਰੂ ਦੇ ਵਿੱਚ ਇਹਨੇ ਘੱਟ ਲੋਡ ਅਪਲਾਈ ਕੀਤਾ, ਆਪਾਂ ਜਦੋਂ ਲੋਡ ਘੱਟ ਅਪਲਾਈ ਕੀਤਾ ਉਸ ਕੇਸ ਦੇ ਵਿੱਚ ਇਹਦੀ ਸੈਟਲਮੈਂਟ ਕੀ ਹੋਈ, ਘੱਟ ਹੋਈ, ਕਿਉਂਕਿ ਚਾਰਜ ਫੋਰਸ ਰੈਜ਼ਿਸਟ ਕਰ ਰਹੀ ਸੀ। ਜਿਵੇਂ ਮੈਂ ਲੋਡ ਜ਼ਿਆਦਾ ਕਰਤਾ ਹੁਣ ਉਹ ਚਾਰਜ ਫੋਰਸ ਬ੍ਰੇਕ ਹੋ ਗਈ, ਤੇ ਚਾਰਜ ਫੋਰਸ ਦੇ ਬ੍ਰੇਕ ਹੁੰਦੇ ਹੀ ਇਹਨੇ ਲੋਡ ਰੈਜ਼ਿਸਟ ਕਰਨਾ ਕੀ ਕਰਤਾ, ਜ਼ਿਆਦਾ। ਲੋਡ ਰੈਜ਼ਿਸਟ ਇਹਨੇ ਘੱਟ ਕੀਤਾ, ਯਾਨੀ ਕਿ ਕੰਪਰੈਸਿਬਿਲਿਟੀ ਕੀ ਹੋ ਗਈ, ਜ਼ਿਆਦਾ ਹੋ ਗਈ। ਕਲੀਅਰ। ਇਹ ਸਾਰੇ ਫੈਕਟਰਸ, ਇਹਨਾਂ ਸਾਰੇ ਫੈਕਟਰਸ ਦੀ ਆਪਾਂ ਅੱਗੇ ਇੱਕ ਐਪਲੀਕੇਸ਼ਨ ਦੇਖਾਂਗੇ। ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਵੀ ਇਹਨਾਂ ਦਾ ਸਟ੍ਰੈਸ ਸਟ੍ਰੇਨ ਕਰਵ ਦੇ ਉੱਤੇ ਕੀ ਫਰਕ ਪੈਂਦਾ ਹੈ। ਦੇਖੋ, ਜਿਹੜੀਆਂ ਸੋਇਲਸ ਨੂੰ ਆਪਾਂ ਡਰਾਈ ਆਫ OMC ਕੰਪੈਕਟ ਕਰਾਂਗੇ, ਯਾਨੀ ਕਿ ਉਹਨਾਂ ਵਿੱਚ ਵਾਟਰ ਕੰਟੈਂਟ ਘੱਟ ਹੋਊਗਾ, ਜੇ ਉਹਨਾਂ ਦੇ ਵਿੱਚ ਵਾਟਰ ਕੰਟੈਂਟ ਘੱਟ ਹੋਊਗਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਸਡਨਲੀ ਫੇਲ ਕਰਨਗੀਆਂ, ਬ੍ਰਿਟਲ ਫੇਲਿਅਰ ਹੋਊਗਾ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਸੋਇਲਸ ਨੂੰ ਆਪਾਂ ਡਰਾਈ ਆਫ OMC ਕੰਪੈਕਟ ਕਰਾਂਗੇ ਉਹ ਸਡਨਲੀ ਫੇਲ ਕਰਨਗੀਆਂ, ਬ੍ਰਿਟਲ ਫੇਲਿਅਰ ਹੋਊਗਾ। ਇਹਨਾਂ ਦਾ ਕੰਪੈਰੀਟਿਵਲੀ ਫੇਲਿਅਰ ਕੀ ਹੋਊਗਾ, ਡਕਟਾਈਲ ਹੋਊਗਾ। ਇੱਥੇ ਮੈਂ ਇਹ ਨਹੀਂ ਕਹਿ ਰਿਹਾ ਵੀ ਸੋਇਲ ਡਕਟਾਈਲ ਮਟੀਰੀਅਲ ਬਣ ਜੂਗੀ ਨਾ, ਮੈਂ ਇੱਥੇ ਇਹ ਕਹਿ ਰਿਹਾ ਵੀ ਜੇ ਆਪਾਂ ਇਹਨਾਂ ਦੋਨੇ ਕੇਸਿਸ ਨੂੰ ਕੰਪੇਅਰ ਕਰੀਏ ਤਾਂ ਇਹਨਾਂ ਦਾ ਫੇਲਿਅਰ ਬ੍ਰਿਟਲ ਹੋਊਗਾ ਥੋੜਾ ਜਿਹਾ ਐਜ਼ ਕੰਪੇਅਰ ਟੂ ਵੈਟ ਆਫ OMC ਨਾਲੋਂ। ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਨਾਂ ਦੇ ਵਿੱਚ ਜਿਹੜੀ ਸੈਟਲਮੈਂਟ ਹੈ ਉਹ ਘੱਟ ਹੋਊਗੀ ਐਜ਼ ਕੰਪੇਅਰ ਟੂ ਵੈਟ ਆਫ OMC ਦੇ ਨਾਲ। ਕਲੀਅਰ। ਜੇ ਆਪਾਂ ਸਟ੍ਰੈਸ ਸਟ੍ਰੇਨ ਕਰਵ ਨੂੰ ਕੰਪੇਅਰ ਕਰੀਏ, ਜਿਹੜੀ ਆਪਣੀ ਸਟ੍ਰੈਸ ਸਟ੍ਰੇਨ ਕਰਵ ਹੁੰਦੀ ਹੈ, ਸਿਗਮਾ ਨੂੰ ਆਪਾਂ ਸਟ੍ਰੈਸ ਨਾਲ ਡਿਨੋਟ ਕਰਦੇ ਹੁੰਦੇ ਹਾਂ, ਆਪਣਾ ਯੂਜ਼ ਕਰਦੇ ਹੁੰਦੇ ਆਪਾਂ ਸਾਈਲੈਂਟ ਯੂਜ਼ ਕਰਦੇ ਹੁੰਦੇ ਸਟ੍ਰੇਨ ਵਾਸਤੇ। ਤਾਂ ਜਿਹੜੀ ਆਪਣੀ ਸਿਗਮਾ ਯਾਨੀ ਕਿ ਸਟ੍ਰੈਸ ਸਟ੍ਰੇਨ ਕਰਵ ਹੁੰਦੀ ਹੈ ਇਹ ਸਟੀਪ ਹੋਊਗੀ ਇਨ ਕੇਸ ਆਫ ਡਰਾਈ ਆਫ OMC। ਸਟੀਪ ਕਿਵੇਂ ਹੋਊਗੀ, ਸਟੀਪ ਹੋਣ ਦਾ ਕੀ ਮਤਲਬ ਹੈ, ਯਾਨੀ ਕਿ ਸਟ੍ਰੇਨਸ ਦੀ ਅਮਾਉਂਟ ਬਹੁਤ ਘੱਟ ਹੋਊਗੀ ਐਜ਼ ਕੰਪੇਅਰ ਟੂ ਸਟ੍ਰੈਸਸ ਦੇ ਨਾਲੋਂ। ਬ੍ਰਿਟਲ ਫੇਲਿਅਰ ਦਾ ਮਤਲਬ ਕੀ ਹੁੰਦਾ ਵੀ ਸਟ੍ਰੇਨ ਸ਼ੋ ਨਹੀਂ ਕੀਤਾ, ਚੇਂਜ ਇਨ ਵੋਲਿਊਮ ਸ਼ੋ ਨਹੀਂ ਹੋਇਆ। ਤਾਂ ਸਿਗਮਾ ਜਿਹੜੀ ਸਟ੍ਰੇਨ ਕਰਵ ਹੁੰਦੀ ਹੈ ਮੇਰੀ, ਉਹਦੇ ਵਿੱਚ ਕੀ ਹੋਊਗਾ, ਜਦੋਂ ਮੈਂ ਡਰਾਈ ਆਫ OMC ਦੀ ਗੱਲ ਕਰੂੰਗਾ ਤਾਂ ਇਹ ਕਰਵ ਸਟੀਪ ਬਣੂਗੀ, ਲਾਈਕ ਦਿਸ, ਸਟੀਪ, ਬਿਲਕੁਲ ਸਿੱਧੀ ਜੀ।
तो यानी कि स्ट्रेन्स की अमाउंट घट होगी। जे स्ट्रेन्स की अमाउंट घट होगी यानी कि फेलियर की होगा, ब्रिटल होगा। ये केस जी मेरी सिग्मा एप्सिलॉन कर्व है वो फ्लैटर होगी एज कंपेयर टू ड्राई ऑफ OMC। मैं सिर्फ इन्होंने दोनों केसिस को कंपेयर कर रहे हैं। जे आप ई की वैल्यू देखिए यानी कि यंग्स मॉडुलस की वैल्यू देखिए तो यंग्स मॉडुलस देखो किस चीज़ से डिपेंड करूगा। यंग्स मॉडुलस स्लोप होंगी है, क्लीयर। स्लोप की होंगे y कोऑर्डिनेट अपॉन x कोऑर्डिनेट। तो इस केस दे विच स्टीप है, स्टीप है तो मतलब ई की वैल्यू की होगी ज्यादा होगी, ਇਹਦੇ ਵਿੱਚ e ਦੀ ਵੈਲਿਊ ਕੀ ਹੋਊਗੀ ਘੱਟ ਹੋਊਗੀ। ਜਦੋਂ ਆਪਾਂ ਦੋਨੇ ਕੇਸਿਸ ਨੂੰ ਕੰਪੇਅਰ ਕਰ ਰਹੇ ਹਾਂ ਡਰਾਈ ਆਫ OMC ਦੇ ਵਿੱਚ e ਦੀ ਵੈਲਿਊ ਜ਼ਿਆਦਾ ਹੋਊਗੀ, ਵੈਟ ਆਫ OMC ਦੇ ਵਿੱਚ e ਦੀ ਵੈਲਿਊ ਕੀ ਹੋਊਗੀ ਘੱਟ ਹੋਊਗੀ। ਕਿਵੇਂ ਪਤਾ ਲੱਗਿਆ? ਕਿਉਂਕਿ ਆਪਾਂ ਇਹਨੇ ਘੱਟ ਸਟ੍ਰੇਨ ਸ਼ੋ ਕੀਤਾ। ਜੇ ਘੱਟ ਸਟ੍ਰੇਨ ਸ਼ੋ ਕੀਤਾ ਤਾਂ ਯਾਨੀ ਕਿ ਬ੍ਰਿਟਲ ਫੇਲਿਅਰ ਹੈ, ਬ੍ਰਿਟਲ ਫੇਲਿਅਰ ਦੇ ਲਈ e ਜ਼ਿਆਦਾ ਹੁੰਦਾ, ਡਕਟਾਈਲ ਫੇਲਿਅਰ ਦੇ ਲਈ e ਕੀ ਹੁੰਦਾਗਾ ਘੱਟ ਹੁੰਦਾ। ਕਲੀਅਰ? ਹੁਣ ਆਪਾਂ ਇਹਨਾਂ ਨੂੰ ਯੂਜ਼ ਕਿਵੇਂ ਕਰਦੇ ਆ ਉਹ ਦੇਖਦੇ ਆ। ਡਰਾਈ ਆਫ OMC ਤੇ ਵੈਟ ਆਫ OMC ਦੇਖਿਆ। ਹੁਣ ਫੋਰ ਐਗਜ਼ਾਮਪਲ ਤੁਸੀਂ ਕੋਈ ਡੈਮ ਬਣਾਉਣਾ ਹੈ, ਛੋਟੀ ਜਿਹੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ। ਕੋਈ ਵੀ ਡੈਮ ਤੁਸੀਂ ਅਰਦਰਨ ਡੈਮ ਬਣਾਇਆ, ਤੁਸੀਂ ਕੁਝ ਵੀ ਇਸ ਤਰੀਕੇ ਨਾਲ ਇੱਕ ਡੈਮ ਕੰਸਟਰਕਟ ਕਰ ਲਿਆ, ਥੋੜਾ ਡਿਜ਼ਾਈਨ ਬਣਾਇਆ, ਤੁਸੀਂ ਇਸ ਤਰੀਕੇ ਨਾਲ ਡੈਮ ਨੂੰ ਕੰਸਟਰਕਟ ਕਰਨਾ। ਹੁਣ ਡੈਮ ਦੇ ਦੋ ਪਾਰਟਸ ਹੁੰਦੇ ਆ, ਇੱਕ ਤਾਂ ਹੁੰਦਾ ਸ਼ੈਲ, ਇੱਕ ਹੁੰਦੀ ਹੈ ਕੋਰ। ਸ਼ੈਲ ਤੇ कोर। कोर हुंदा सेंटर वाला पोर्शन लाइक दिस, शैल हुंदा आउटर पोर्शन। हुण कोर ने की करना हुंदा, जिहड़ी अपनी विच वाली कोर हुंदी है इन्हें वाटर दा फ्लो रोकना हुंदा है। इन्हें मेनली वाटर नूं रोकना हुंदा, यानी कि इन्हें इम्परमेएबिलिटी प्रोवाइड करनी हुंदी है। इम्परमेएबिलिटी हुण जिहने इम्परमेएबिलिटी प्रोवाइड करनी है, हुण देखो जदों भी आपां ड्राई ऑफ OMC दे विच उन्हां नूं कंपैक्ट करते हैं, ठीक, तो ड्राई ऑफ OMC दे विच स्ट्रेंथ ज्यादा हुंदी है। जे ड्राई ऑफ OMC दे विच स्ट्रेंथ ज्यादा होगी तो यानी कि आपां शैल नूं कंपैक्ट किवें करांगे? ड्राई ऑफ OMC दे विच आपां शैल नूं कंपैक्ट करांगे। क्लीयर? ਤੇ ਜਿਹੜੀ ਹੁਣ ਆਪਣੀ ਕੋਰ ਹੈ, ਕੋਰ ਦੇ ਵਿੱਚ ਆਪਣੀ ਰਿਕੁਆਇਰਮੈਂਟ ਕੀ ਹੈ? ਪਰਮੀਏਬਿਲਿਟੀ ਘੱਟ ਹੋਣੀ ਚਾਹੀਦੀ ਹੈ। ਜੇ ਪਰਮੀਏਬਿਲਿਟੀ ਘੱਟ ਹੋਣੀ ਚਾਹੀਦੀ ਹੈ, ਯਾਨੀ ਕਿ ਇਹਨੂੰ ਆਪਾਂ ਕਿਵੇਂ ਕੰਪੈਕਟ ਕਰਾਂਗੇ? ਵੈਟ ਆਫ OMC। ਕਲੀਅਰ? ਆਪਾਂ ਪਹਿਲਾਂ ਪੜ੍ਹਿਆ ਪੁਆਇੰਟਸ। ਹੁਣ ਕੁਝ ਸਟੂਡੈਂਟਸ ਪੁੱਛਣਗੇ ਵੀ ਸਰ ਐਗਜ਼ੈਕਟ OMC ਤੇ ਕਿਉਂ ਨਹੀਂ ਕਰਦੇ? ਕਿਉਂਕਿ ਫੀਲਡ ਦੇ ਵਿੱਚ ਐਗਜ਼ੈਕਟ OMC ਮੇਨਟੇਨ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਤਾਂ ਆਪਾਂ ਕੋਸ਼ਿਸ਼ ਕੀ ਕਰਦੇ ਹਾਂ ਵੀ OMC ਤੋਂ ਚਾਹੇ ਵਾਟਰ ਕੰਟੈਂਟ ਵੱਧ ਜੇ ਪਰ ਘਟਣਾ ਨਹੀਂ ਚਾਹੀਦਾ, ਯਾਨੀ ਕਿ ਆਪਾਂ ਵੈਟ ਆਫ OMC ਨੂੰ ਪ੍ਰੈਫਰ ਕਰਾਂਗੇ, ਡਰਾਈ ਆਫ OMC ਨੂੰ ਕਦੇ ਵੀ ਪ੍ਰੈਫਰ ਨਹੀਂ ਕਰਾਂਗੇ। ਤਾਂ ਐਦਾਂ ਅਲੱਗ-ਅਲੱਗ ਫੈਕਟਰਸ ਹੋਣਗੇ ਜਿੱਥੇ ਆਪਾਂ ਆਹੀ ਸਾਰੀਆਂ ਜਿਹੜੀਆਂ ਪ੍ਰੋਪਰਟੀਜ਼ ਪੜ੍ਹੀਆਂ ਉਹਨਾਂ ਨੂੰ ਯੂਜ਼ ਕਰਾਂਗੇ। ਸ਼ੈਲ ਹੈ, ਸ਼ੈਲ ਮਤਲਬ ਸਟਰੈਂਥ ਦੇਣ ਲਈ, ਤਾਂ ਉੱਥੇ ਆਪਾਂ ਡਰਾਈ ਆਫ OMC ਨਾਲ ਕੰਪੈਕਸ਼ਨ ਕਰਾਂਗੇ। ਕੋਰ ਦੇ ਵਿੱਚ ਆਪਣੀ ਰਿਕੁਆਇਰਮੈਂਟ ਕੀ ਹੈ? ਪਰਮੀਏਬਿਲਿਟੀ ਘੱਟ ਹੋਣੀ ਚਾਹੀਦੀ, ਉੱਥੇ ਆਪਾਂ ਵੈਟ ਆਫ OMC ਨੂੰ ਪ੍ਰੈਫਰ ਕਰਾਂਗੇ। ਹੋਰ ਕਿਵੇਂ ਇਹਨਾਂ ਦੇ ਵਿੱਚ ਜੇ ਟਾਈਪ ਆਫ ਸੋਇਲ ਦੇਖਣੀ ਹੋਵੇ ਵੀ ਕਿਹੜੀ ਯੂਜ਼ ਹੋਊਗੀ, ਤਾਂ ਹੁਣ ਜਿਹੜਾ ਸ਼ੈਲ ਹੈ, ਸ਼ੈਲ ਦੇ ਵਿੱਚ ਆਪਾਂ ਨੂੰ ਸਟਰੈਂਥ ਚਾਹੀਦੀ ਹੈ, ਸਟਰੈਂਥ ਸੈਂਡ ਦੀ ਜ਼ਿਆਦਾ ਹੁੰਦੀ ਹੈ, ਯਾਨੀ ਕਿ ਆਪਾਂ ਕਿਹੜੀ ਸੋਇਲ ਪ੍ਰੈਫਰ ਕਰ ਸਕਦੇ ਹਾਂ? ਸੈਂਡ ਆਪਾਂ ਪ੍ਰੈਫਰ ਕਰਾਂਗੇ ਡੈਮ ਦੀ ਬਾਹਰਲਾ ਸ਼ੈਲ ਕੰਸਟਰਕਟ ਕਰਨ ਦੇ ਲਈ। ਜਿਹੜੀ ਹੁਣ ਕੋਰ ਹੈ, ਕੋਰ ਦੇ ਵਿੱਚ ਪਰਮੀਏਬਿਲਿਟੀ ਘੱਟ ਚਾਹੀਦੀ ਹੈ, ਸਭ ਤੋਂ ਮਿਨੀਮਮ ਪਰਮੀਏਬਿਲਿਟੀ ਹੁੰਦੀ ਹੈ ਕਲੇ ਦੀ, ਤਾਂ ਇਹਦੇ ਵਿੱਚ ਆਪਾਂ ਕਿਹਨੂੰ ਪ੍ਰੈਫਰ ਕਰਾਂਗੇ? ਕਲੇ ਨੂੰ ਪ੍ਰੈਫਰ ਕਰਾਂਗੇ। ਕਲੀਅਰ? ਤਾਂ ਐਦਾਂ ਹੋਰ ਵੀ ਆਪਾਂ ਨੂੰ ਕੁਐਸਚਨਸ ਦੇਖਣ ਨੂੰ ਮਿਲਣਗੇ, ਜਿਵੇਂ ਜਿਵੇਂ ਆਪਾਂ ਕੁਐਸਚਨਸ ਅਟੈਂਪਟ ਕਰਾਂਗੇ ਆਪਾਂ ਨੂੰ ਚੀਜ਼ਾਂ ਕਲੀਅਰ ਹੁੰਦੀਆਂ ਚਲੀਆਂ ਜਾਣਗੀਆਂ। ਇਹਨਾਂ ਫੈਕਟਰਸ ਤੋਂ ਬਾਅਦ ਆਪਾਂ ਦੇਖਣਾ ਵੀ ਜੇ ਆਪਾਂ ਕੱਲੀ ਸੈਂਡ ਵਾਸਤੇ ਕਰਵ ਬਣਾਉਣੀ ਹੋਵੇ, ਇਹੀ ਕਰਵ ਆਪਾਂ ਕੱਲੀ ਸੈਂਡ ਵਾਸਤੇ ਡਰਾ ਕਰਨੀ ਹੋਵੇ, ਤਾਂ ਸੈਂਡ ਦੇ ਕੇਸ ਜਿਹੜੀ ਕੰਪੈਕਸ਼ਨ ਕਰਵ ਹੁੰਦੀ ਹੈ, ਜਿਹੜੀ ਆਪਾਂ ਕਰਵ ਡਰਾ ਕਰਦੇ ਹਾਂ ਗਾਮਾ D ਦੇ ਵਿੱਚ ਤੇ ਵਾਟਰ ਕੰਟੈਂਟ ਦੇ ਵਿੱਚ, ਉਹ ਕਿਸ ਤਰੀਕੇ ਨਾਲ ਵੇਰੀ ਕਰਦੀ ਹੈ। ਦੇਖੋ ਪਹਿਲਾਂ ਸੋਇਲ ਦੀ ਜਿਹੜੀ ਡਰਾਈ ਡੈਂਸਿਟੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ। ਜਿਵੇਂ ਜਿਵੇਂ ਆਪਾਂ ਉਹਦੇ ਵਿੱਚ ਵਾਟਰ ਕੰਟੈਂਟ ਐਡ ਕਰਨਾ ਸ਼ੁਰੂ ਕਰਦੇ ਹਾਂ ਉਹਦੀ ਡਰਾਈ ਡੈਂਸਿਟੀ ਘਟਦੀ ਹੈ, ਪਰ ਫਿਰ ਤੋਂ ਇੱਕ ਵੈਲਿਊ ਤੇ ਜਾ ਕੇ ਉਹਦੀ ਵੈਲਿਊ ਕਾਂਸਟੈਂਟ ਹੋਣੀ ਫਿਰ ਸ਼ੁਰੂ ਹੋ ਜਾਂਦੀ ਹੈ।
ਜੇ ਆਪਾਂ ਕੰਪੈਕਸ਼ਨ ਕਰਵ ਦੇਖੀਏ ਕੁਝ ਇਸ ਤਰੀਕੇ ਨਾਲ ਬਣਦੀ ਹੈ, ਇਸ ਤੋਂ ਬਾਅਦ ਤਕਰੀਬਨ ਕਾਂਸਟੈਂਟ ਰਹਿੰਦੀ ਹੈ ਵੈਲਿਊ। ਹੁਣ ਜਿਹੜਾ ਹਾ ਡਿਕਰੀਜ਼ ਆਇਆ, ਜਿਹੜਾ ਹਾ ਐਗਜ਼ੈਕਟਲੀ ਸਡਨ ਡਿਕਰੀਜ਼ ਆਇਆ ਆਪਣਾ, ਇਹ 4 to 5% ਵਾਟਰ ਕੰਟੈਂਟ ਤੇ ਦੇਖਣ ਨੂੰ ਮਿਲਦਾ ਹੈ, ਯਾਨੀ ਕਿ ਇੱਥੇ ਵਾਟਰ ਕੰਟੈਂਟ ਕਿੰਨਾ ਹੁੰਦਾ ਹੈ 4 ਤੋਂ 5%। ਜਿਹੜਾ ਇਹ 4 ਤੋਂ 5% ਵਾਟਰ ਕੰਟੈਂਟ ਹੈ, ਇਹਦਾ ਕੀ ਮਤਲਬ ਹੈ ਵੀ ਜਦੋਂ 4 ਤੋਂ 5% ਵਾਟਰ ਕੰਟੈਂਟ ਐਡ ਕਰੋਗੇ ਗਾਮਾ ਡੀ ਸਡਨਲੀ ਡਿਕਰੀਜ਼ ਕਰ ਚੁੱਕਾ। ਯੂਨਿਟ ਵੇਟ ਕਾਹਦੇ ਬਰਾਬਰ ਹੁੰਦਾ, ਵੇਟ ਅਪਨ ਵੋਲਿਊਮ, ਜਾਂ ਆਪਾਂ ਐਂ ਕਹਿ ਸਕਦੇ ਹਾਂ ਵੀ ਵੋਲਿਊਮ ਸਡਨਲੀ ਇਨਕਰੀਜ਼ ਕਰ ਜਾਂਦਾ ਹੈ। ਇਹ ਚੀਜ਼ ਆਪਾਂ ਪ੍ਰੈਕਟੀਕਲੀ ਦੇਖੀ ਹੈ, ਜਦੋਂ ਮਿੱਟੀ ਪਈ ਹੁੰਦੀ ਹੈ, ਮਿੱਟੀ 'ਚ ਆਪਾਂ ਥੋੜੇ ਜਿਹੇ ਵਾਟਰ ਦੀਆਂ ਕੁਝ ਕੁ ਡ੍ਰੌਪਸ ਪਾਉਂਦੇ ਆ ਤਾਂ ਸਡਨਲੀ ਮਿੱਟੀ ਉਸ ਥੋੜੀ ਜਿਹੀ ਫੁੱਲ ਜਾਂਦੀ ਹੈ। ਸਡਨਲੀ ਉਹਦੇ ਵਿੱਚ ਵਾਟਰ ਕੰਟੈਂਟ ਇਨਕਰੀਜ਼ ਹੋਣ ਦੇ ਨਾਲ ਜਿਹੜਾ ਵੋਲਿਊਮ ਹੈ ਉਹ ਵੀ ਇਨਕਰੀਜ਼ ਹੋ ਜਾਂਦਾ ਹੈ। ਵੋਲਿਊਮ ਆਪਾਂ ਜਿਵੇਂ ਸੋਇਲ ਫੁੱਲ ਜਾਂਦੀ ਹੈ, ਯਾਨੀ ਕਿ ਵੋਲਿਊਮ ਕੀ ਹੋ ਗਿਆ, ਇਨਕਰੀਜ਼ ਹੋ ਗਿਆ ਨਾ। ਜੇ ਵੋਲਿਊਮ ਇਨਕਰੀਜ਼ ਹੋ ਗਿਆ ਤਾਂ ਯਾਨੀ ਕਿ ਡਰਾਈ ਡੈਂਸਿਟੀ ਕੀ ਹੋਊਗੀ, ਘਟੂਗੀ। ਜੇ ਉਹਦੀ ਡਰਾਈ ਡੈਂਸਿਟੀ ਘਟੂਗੀ ਤਾਂ ਯਾਨੀ ਕਿ ਗ੍ਰਾਫ ਦੇ ਵਿੱਚ ਕੀ ਆਊਗਾ, ਸਡਨਲੀ ਫਾਲ ਆਊਗਾ। ਇਹਦੇ ਪਿੱਛੇ ਆਪਾਂ ਰੀਜ਼ਨ ਪੋਰ ਟੈਂਸ਼ਨ ਨੂੰ ਮੰਨਦੇ ਹਾਂ, ਜਾਂ ਇਹਨੂੰ ਕੈਪਿਲਰੀ ਪੋਰ ਟੈਂਸ਼ਨ ਵੀ ਬੋਲ ਦਿੰਦੇ ਆ। ਜਿਵੇਂ ਆਪਾਂ ਨੂੰ ਪਤਾ ਹੈ ਵੀ ਸੋਇਲ ਦੇ ਵਿੱਚ ਛੋਟੀਆਂ-ਛੋਟੀਆਂ ਵੋਇਡਸ ਹੁੰਦੀਆਂ, ਤਾਂ ਸੋਇਲ ਦੇ ਵਿੱਚ ਜਿਹੜਾ ਵਾਟਰ ਹੁੰਦਾ ਹੈ ਉਹ ਵੋਇਡਸ ਦੇ ਵਿੱਚ ਹਲਕਾ ਜਿਹਾ ਮੂਵ ਕਰਨ ਦੀ ਕੋਸ਼ਿਸ਼ ਕਰਦਾ। ਆਪਾਂ ਥੋੜਾ ਜਿਹਾ ਵਾਟਰ ਐਡ ਕੀਤਾ, ਉਹ ਵੋਇਡਸ ਦੇ ਵਿੱਚੋਂ ਮੂਵ ਕਰਨ ਦੀ ਕੋਸ਼ਿਸ਼ ਕਰੂਗਾ, ਬਟ ਵੋਇਡਸ ਦੇ ਵਿੱਚ ਕੀ ਹੈ, ਹੁਣ ਪਹਿਲਾਂ ਤੋਂ ਹੀ 에ਅਰ ਲੌਕ ਕੰਡੀਸ਼ਨ ਹੈ। 에ਅਰ ਲੌਕ ਕੰਡੀਸ਼ਨ ਹੈ ਤਾਂ ਉਹ ਕੀ ਕਰੂਗਾ, ਵੋਇਡਸ ਨੂੰ ਥੋੜਾ ਜਿਹਾ ਪੁਸ਼ ਕਰੂਗਾ। ਜੇ ਵੋਇਡ ਨੂੰ ਥੋੜਾ ਜਿਹਾ ਪੁਸ਼ ਕਰੂਗਾ ਤਾਂ ਨਾਲ ਦੀ ਨਾਲ ਜਿਹੜੀ ਮੇਰੀ ਸੋਇਲ ਉਹ ਥੋੜੀ ਜੀ ਸਵੈਲ ਕਰ ਜੂਗੀ। ਕੈਪਿਲਰੀ ਪੋਰ ਟੈਂਸ਼ਨ ਦੇ ਪਿੱਛੇ ਰੀਜ਼ਨ ਹੁੰਦਾਗਾ, ਹੋਰ ਜ਼ਿਆਦਾ ਡਿਟੇਲ 'ਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ। ਬਸ ਇਹਨਾਂ ਗੱਲ ਦਾ ਧਿਆਨ ਰੱਖਣਾ ਹੈ, ਇਹ ਫਿਨੋਮੀਨਾ ਜਿਹੜਾ ਬਲਕਿੰਗ ਆਫ ਸੈਂਡ ਹੁੰਦਾ ਹੈ, ਇਹ ਆਪਾਂ ਨੂੰ ਮੋਸਟਲੀ ਸਿਰਫ ਤੇ ਸਿਰਫ ਕਿਹਦੇ 'ਚ ਦੇਖਣ ਨੂੰ ਮਿਲਦਾ ਹੈ, ਸੈਂਡੀ ਸੋਇਲ 'ਚ ਦੇਖਣ ਨੂੰ ਮਿਲਦਾ ਹੈ। ਇਸ ਫਿਨੋਮੀਨਾ ਨੂੰ ਆਪਾਂ ਨਾਮ ਦਿੰਦੇ ਹਾਂ ਬਲਕਿੰਗ ਆਫ ਸੈਂਡ। ਬਲਕ ਕਰਨਾ ਦਾ ਮਤਲਬ ਕੀ ਹੁੰਦਾ, ਫੁੱਲ ਜਾਣਾ। ਫੁੱਲ ਜਾਣ ਤੋਂ ਮਤਲਬ ਸੋਇਲ ਕੀ ਹੋ ਜਾਂਦੀ ਹੈ, ਬਲਕ ਕਰ ਜਾਂਦੀ ਹੈ, ਫੁੱਲ ਜਾਂਦੀ ਹੈ। ਕਲੀਅਰ। ਹੁਣ ਇਸ ਤੋਂ ਬਾਅਦ ਅਗਲਾ ਜਿਹੜਾ ਆਪਾਂ ਟੌਪਿਕ ਸ਼ੁਰੂ ਕਰਨਾ ਹੈ, ਦੈਟ ਇਜ਼ ਕਿਹੜੇ ਆਪਾਂ ਕੰਪੈਕਸ਼ਨ ਵਾਲੇ ਇਕਵਿਪਮੈਂਟਸ ਯੂਜ਼ ਕਰਦੇ ਹਾਂ ਐਂਡ ਫॉर ਵਿਚ ਟਾਈਪ ਆਫ ਸੋਇਲ। ਇਨ ਦ ਨੈਕਸਟ ਸਕਰੀਨ ਅਲੱਗ-ਅਲੱਗ ਜਿਹੜੇ ਆਪਣੇ ਇਕਵਿਪਮੈਂਟਸ ਆਪਾਂ ਯੂਜ਼ ਕਰਦੇ ਉਹਨਾਂ ਦੇ ਨਾਮ ਪ੍ਰੋਵਾਈਡ ਕੀਤੇ ਗਏ ਹੈ, ਤੇ ਨਾਲ ਹੀ ਇਹ ਵੀ ਪ੍ਰੋਵਾਈਡ ਕੀਤਾ ਹੈ ਕਿ ਉਹ ਕਿਹੜੇ ਕੇਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਤਾਂ ਇਹਨਾਂ ਨੂੰ ਆਪਾਂ ਐਸ ਸੱਚ ਰਿਮੈਂਬਰ ਕਰਾਂਗੇ। ਜੇ ਤੁਹਾਨੂੰ ਕਿਸੇ ਵੀ ਇਕਵਿਪਮੈਂਟ ਬਾਰੇ ਪਤਾ ਨਹੀਂ ਲੱਗਦਾ ਤਾਂ ਆਪਾਂ ਥੋੜਾ ਡਿਸਕਸ ਕਰ ਲੈਂਦੇ ਹਾਂ ਇਹਨਾਂ ਬਾਰੇ। ਨਿਊਮੈਟਿਕ ਟਾਇਰਡ ਰੋਲਰ, ਸ਼ਾਇਦ ਤੁਸੀਂ ਨਾਮ ਕਦੇ ਨਹੀਂ ਸੁਣਿਆ ਹੋਣਾ। ਨਿਊਮੈਟਿਕ ਟਾਇਰਡ ਰੋਲਰ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਤਵੀਆਂ ਬੋਲ ਦਿੰਦੇ ਆ, ਖੇਤਾਂ 'ਚ ਤਵੀਆਂ ਖਿੱਚਦੇ ਨੇ ਜਿਹੜੀਆਂ, ਹਨਾ, ਬਿਲਕੁਲ ਉਸੇ ਤਰ੍ਹਾਂ ਦੇ ਰੋਲਰਸ ਹੁੰਦੇ ਨੇ। ਸ਼ੀਪ ਫੁੱਟ ਰੋਲਰ ਥੋੜੇ ਜਿਹੇ ਤਿੱਖੇ ਰੋਲਰ ਹੁੰਦੇ ਨੇ, ਨੀਚੋਂ ਤਿੱਖੇ ਥੋੜੀ ਸੂਈ ਟਾਈਪ ਨਿਕਲੀ ਹੁੰਦੀਆਂ ਚੀਜ਼ਾਂ। ਤਾਂ ਉਹ ਕੀ ਕਰਦੇ ਨੇ, ਉਹ ਸੋਇਲ ਦੇ ਵਿੱਚ ਵੋਇਡਸ ਕ੍ਰੀਏਟ ਕਰਦੇ ਆ ਤੇ ਫਿਰ ਉਹਨੂੰ ਕੰਪੈਕਟ ਕਰਦੇ ਨੇ। ਇਸ ਕਿਸ ਫਿਨੋਮੀਨਾ ਨਾਲ ਕੰਮ ਕਰਦੇ ਆ, ਕਿੱਦਾਂ ਕੰਮ ਕਰਦੇ ਆ, ਆਪਾਂ ਨੂੰ ਲੋੜ ਨਹੀਂ ਹੈਗੀ। ਬਸ ਆਪਾਂ ਨੇ ਜਿਹੜੇ ਇਹਨਾਂ ਦੇ ਪ੍ਰੈਕਟੀਕਲ ਕੇਸ ਹੈ ਵੀ ਕਿਸ ਕੇਸ ਦੇ ਵਿੱਚ ਇਹ ਯੂਜ਼ ਹੁੰਦੇ ਨੇ, ਆਪਾਂ ਨੂੰ ਐਗਜ਼ੈਕਟਲੀ ਰਿਮੈਂਬਰ ਹੋਣਾ ਚਾਹੀਦਾ। ਇੱਥੇ ਕਿ ਆਪਣਾ ਜਿਹੜਾ ਕੰਪੈਕਸ਼ਨ ਟੌਪਿਕ ਹੈ ਉਹ ਕੰਪਲੀਟ ਹੁੰਦਾ। ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ। ਜੇ ਕਿਸੇ ਵੀ ਟੌਪਿਕ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਤੁਸੀਂ ਕਮੈਂਟਸ ਦੇ ਵਿੱਚ ਮੈਂਸ਼ਨ ਕਰਕੇ ਦੱਸ ਸਕਦੇ ਹੋ। ਤੁਹਾਡੇ ਡਾਊਟਸ ਕਮੈਂਟਸ ਦੇ ਵਿੱਚ ਹੀ ਕਲੀਅਰ ਕੀਤੇ ਜਾਣਗੇ, ਜਾਂ ਤੁਸੀਂ ਸਾਡੇ WhatsApp ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਫॉर ਮੋਰ ਪ੍ਰੈਕਟਿਸ ਐਂਡ ਮੋਰ ਨਿਊਜ਼। ਸਟੱਡੀ ਮਟੀਰੀਅਲ ਪਿਕ ਕਰ ਸਕਦੇ ਹੋ WhatsApp ਗਰੁੱਪ ਚੋਂ ਵੀ ਤੇ ਟੈਲੀਗ੍ਰਾਮ ਚੈਨਲ ਚੋਂ ਵੀ, ਦੋਨਾਂ ਦੇ ਲਿੰਕਸ ਨੀਚੇ ਡਿਸਕ੍ਰਿਪਸ਼ਨ 'ਚ ਪ੍ਰੋਵਾਈਡਡ ਹੈ। ਅੱਜ ਇਸ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਇਸ ਵੀਡੀਓ ਦਾ ਫਾਇਦਾ ਲੈ ਸਕਣ। ਯਾਦ ਰੱਖੋ ਜਿਹੜੀਆਂ ਇਹ ਵੀਡੀਓਜ਼ ਆਪਾਂ ਪੜ੍ਹ ਰਹੇ ਹਾਂ ਨਾ, ਵੀਡੀਓਜ਼ ਦੇ ਵਿੱਚ ਇਹ ਕੰਟੈਂਟ ਪੰਜਾਬ ਦੇ ਸਾਰੇ ਸਿਵਲ ਇੰਜੀਨੀਅਰਿੰਗ ਐਗਜ਼ਾਮਸ ਦੇ ਲਈ ਜਾਂ ਗੇਟ ਤੇ ਹੋਰ ਐਗਜ਼ਾਮਸ ਦੇ ਲਈ ਬਹੁਤ ਇੰਪੋਰਟੈਂਟ ਕੰਟੈਂਟ ਹੈ। ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਲੇਟੈਸਟ ਵੀਡੀਓਜ਼ ਦੇ ਨਾਲ ਜਲਦੀ ਤੋਂ ਜਲਦੀ ਤੁਸੀਂ ਉਹ ਵੀਡੀਓਜ਼ ਨੂੰ ਦੇਖ ਸਕੋ। ਥੈਂਕ ਯੂ ਵੈਰੀ ਮਚ।